ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਰਾਤ ਆਪਾਂ ਮੁਕਤਸਰ ਸਾਹਿਬ ਪਹੁੰਚ ਗਏ ਸੀ ਤੇ ਅੱਜ ਆਪਣੇ ਸਫ਼ਰ ਦਾ ਦੂਜਾ ਦਿਨ ਹੈ ਤੇ ਅੱਜ ਆਪਾਂ ਬਠਿੰਡੇ ਪਹੁੰਚ ਜਾਵਾਂਗੇ। 2 ਦਿਨਾਂ ਦਾ ਸਫ਼ਰ ਸੀ ਇਹ। ਅੱਜ ਆਪਾਂ ਮੁਕਤਸਰ ਸਾਹਿਬ ਦਾ ਇਤਿਹਾਸ ਜਾਣਾਂਗੇ। ਜਿੰਨੇ ਇੱਥੇ ਗੁਰੂ ਘਰ ਹੈ ਉਹਨਾਂ ਨੂੰ ਦੇਖਣ ਦੀ ਕੋਸ਼ਿਸ਼ ਕਰਾਂਗੇ, ਇਤਿਹਾਸ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ। ਆਪਾਂ ਇਸ ਟਾਈਮ ਖੜੇ ਹਾਂ ਗੁਰਦੁਆਰਾ ਸ਼੍ਰੀ ਟੁੱਟੀ ਕੰਡੀ ਸਾਹਿਬ। ਆਓ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ। ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸ਼੍ਰੀ ਟੁੱਟੀ ਕੰਡੀ ਸਾਹਿਬ। ਮੁਕਤਸਰ ਦਾ ਇਤਿਹਾਸ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਮੁਕਤਸਰ ਦੇ ਇਤਿਹਾਸ ਦੇ ਵਿੱਚ ਮੁਕਤਸਰ ਨੂੰ ਪਹਿਲਾਂ ਖਿਦਰਾਣੇ ਦੀ ਢਾਬ ਕਿਹਾ ਜਾਂਦਾ ਸੀ। 3 ਭਾਈ ਸੀਗੇ ਜਲਾਲਾਬਾਦ ਤੋਂ, ਖਿਦਰਾਣਾ, ਢਿਗਾਣਾ ਤੇ ਰੁਪਾਣਾ, ਜਿਹੜੇ ਕਿ ਜਲਾਲਾਬਾਦ ਤੋਂ ਉੱਠ ਕੇ ਆ ਕੇ ਅਲੱਗ-ਅਲੱਗ ਜਗ੍ਹਾ ਬੈਠ ਗਏ ਸੀ, ਜਿਨ੍ਹਾਂ ਦੇ ਨਾਮ ਦੇ ਉੱਤੇ ਸ਼ਹਿਰ ਵਸ ਗਏ, ਪਿੰਡ ਵਸ ਗਏ। ਢਾਬ ਦਾ ਮਤਲਬ ਹੁੰਦਾ ਹੈ ਇੱਕ ਜਗ੍ਹਾ ਜਿਸ ਨੂੰ ਡੂੰਘਾ ਪੱਟ ਕੇ ਉੱਥੇ ਮੀਂਹਾਂ ਦਾ ਪਾਣੀ ਸਟੋਰ ਕੀਤਾ ਜਾਂਦਾ ਸੀਗਾ। ਤੇ ਗੁਰੂ ਸਾਹਿਬ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਜਦੋਂ ਅਨੰਦਪੁਰ ਸਾਹਿਬ ਤੋਂ ਚੱਲੇ ਸੀਗੇ, ਜਦੋਂ ਉਧਰ ਮੁਗਲ ਫੌਜਾਂ ਨੇ ਹਮਲਾ ਕਰਤਾ ਸੀਗਾ, ਉਸ ਤੋਂ ਬਾਅਦ ਇੱਧਰ ਭਦੌੜ ਭਗਤਾ ਸਾਈਡ ਹੋ ਕੇ ਇੱਧਰੋਂ ਕੋਟਕਪੂਰਾ ਪਹੁੰਚੇ। ਕੋਟਕਪੂਰੇ ਤੋਂ ਬਾਅਦ ਇੱਧਰ ਮੁਕਤਸਰ ਵੱਲ ਵਧੇ ਸੀ ਤੇ ਇੱਥੇ ਆ ਕੇ ਉਹਨਾਂ ਨੇ ਆਪਣਾ ਆਸਣ ਲਾਇਆ ਸੀ। ਇੱਥੇ ਇੱਕ ਜੰਗ ਹੋਈ ਹੈ ਜਿਹਦੇ ਵਿੱਚ ਕਿ 40 ਸਿੰਘ ਸ਼ਹੀਦ ਹੋਏ ਸੀਗੇ, 40 ਮੁਕਤੇ, ਜੋ ਕਿ ਪਹਿਲਾਂ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਬਦਾਵਾ ਦੇ ਆਏ ਸੀਗੇ, ਕਿਉਂਕਿ ਉੱਥੇ ਕਿਲੇ ਦੇ ਵਿੱਚ ਮੁਗਲ ਫੌਜਾਂ ਨੇ ਘੇਰਾ ਪਾ ਰੱਖਿਆ ਸੀਗਾ ਤੇ ਉੱਥੇ ਰਾਸ਼ਨ ਪਾਣੀ ਮਿਲ ਨਹੀਂ ਰਿਹਾ ਸੀਗਾ। ਤਾਂ ਕੁਛ ਸਿੰਘ ਉੱਥੋਂ ਵਾਪਸ ਆ ਗਏ ਸੀਗੇ, ਗੁਰੂ ਸਾਹਿਬ ਨੂੰ ਬਦਾਵਾ ਦੇ ਆਏ ਸੀਗੇ। ਤੇ ਉਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਇੱਥੇ ਆਏ ਹੈ ਤਾਂ ਉਹੀ ਸਿੰਘ ਮਾਤਾ ਭਾਗ ਕੌਰ ਜੀ ਨਾਲ ਗੁਰੂ ਸਾਹਿਬ ਕੋਲੇ ਆਏ ਕਿ ਸਾਡਾ ਬਦਾਵਾ ਪਾੜ ਦਿਓ ਜੀ, ਅਸੀਂ ਤੁਹਾਡੇ ਸਿੰਘ ਹਾਂ। ਉਸ ਤੋਂ ਬਾਅਦ ਕੀ ਹੋਇਆ, ਮੁਗਲ ਫੌਜਾਂ ਜੋ ਕਿ ਅਨੰਦਪੁਰ ਸਾਹਿਬ ਤੋਂ ਗੁਰੂ ਸਾਹਿਬ ਦਾ ਪਿੱਛਾ ਕਰ ਰਹੀਆਂ ਸੀ, ਉਹਨਾਂ ਨਾਲ ਦਿੱਲੀ ਦੀਆਂ ਸ਼ਾਹੀ ਫੌਜਾਂ ਵੀ ਸੀ, ਨਾਲ ਪਹਾੜੀ ਰਾਜੇ ਸੀ, ਉਹ ਪਿੱਛਾ ਕਰਦੇ ਕਰਦੇ ਗੁਰੂ ਸਾਹਿਬ ਦੇ ਮਗਰ ਕੋਟਕਪੂਰੇ ਤੱਕ ਆ ਗਏ ਸੀ। ਤਾਂ ਗੁਰੂ ਸਾਹਿਬ ਨੂੰ ਉੱਥੋਂ ਕੋਟਕਪੂਰੇ ਤੋਂ ਪਤਾ ਚੱਲ ਗਿਆ ਸੀਗਾ ਕਿ ਫੌਜਾਂ ਆ ਰਹੀਆਂ, ਤਾਂ ਗੁਰੂ ਸਾਹਿਬ ਅੱਗੇ ਇੱਧਰ ਮੁਕਤਸਰ ਵੱਲ ਆ ਗਏ ਸੀਗੇ। ਇੱਥੇ ਆ ਕੇ ਜਦੋਂ ਗੁਰੂ ਸਾਹਿਬ ਰੁਕੇ, ਉਹਨਾਂ ਨੇ 40 ਸਿੰਘਾਂ ਨੇ ਵੀ ਗੁਰੂ ਸਾਹਿਬ ਦੇ ਕੋਲ ਹੀ ਡੇਰੇ ਲਾ ਲਏ। ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੁਗਲ ਫੌਜਾਂ ਨੇ ਚੜ੍ਹਾਈ ਕਰ ਦਿੱਤੀ ਹੈ ਗੁਰੂ ਸਾਹਿਬ ਦੇ ਪਿੱਛੇ, ਉਹਨਾਂ ਨੂੰ ਪਤਾ ਸੀਗਾ ਕਿ ਆਪਣੀ ਫੌਜ ਥੋੜ੍ਹੀ ਹੈ ਤੇ ਮੁਗਲ ਫੌਜਾਂ ਦੀ ਸੰਖਿਆ ਜ਼ਿਆਦਾ ਹੈ। ਉਹਨਾਂ ਨੇ ਕੀ ਕੀਤਾ, ਇਸ ਜਗ੍ਹਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਇੱਧਰ ਉਹਨਾਂ ਨੇ ਆਪਣੇ ਤੰਬੂ ਲਾ ਲਏ ਤੇ ਜੋ ਇੱਧਰ ਕਰੀਰ ਵਗੈਰਾ ਸੀਗੇ ਉਹਨਾਂ ਉੱਤੇ ਆਪਣੇ ਕੱਪੜੇ ਸੁੱਕਣੇ ਪਾ ਦੇ, ਕਛਹਿਰੇ ਸੁੱਕਣੇ ਪਾ ਦੇ, ਤਾਂ ਕਿ ਉਹਨਾਂ ਨੂੰ ਇਹ ਲੱਗੇ ਕਿ ਖਾਲਸਾ ਫੌਜ ਕਾਫੀ ਸੰਖਿਆ 'ਚ ਇੱਥੇ। ਉਸ ਤੋਂ ਬਾਅਦ ਜਦੋਂ ਮੁਗਲ ਫੌਜਾਂ ਇੱਧਰ ਖਿਦਰਾਣੇ ਢਾਬ 'ਤੇ ਆਉਂਦੀਆਂ ਤਾਂ ਉਹਨਾਂ ਨਾਲ ਉਹ 40 ਸਿੰਘ ਭਿੜ ਜਾਂਦੇ ਆ। ਪਹਿਲਾਂ ਹੀ ਕਾਫੀ ਤਕੜੀ ਜੰਗ ਹੁੰਦੀ ਹੈ, 40 ਦੇ 40 ਸਿੰਘ ਸ਼ਹੀਦ ਹੋ ਜਾਂਦੇ ਆ। ਮਾਤਾ ਭਾਗ ਕੌਰ ਵੀ ਵਿੱਚ ਪੂਰਾ ਵੱਧ ਚੜ੍ਹ ਕੇ ਹਿੱਸਾ ਲੈਂਦੇ ਜੰਗ ਦੇ, ਮਾਤਾ ਭਾਗ ਕੌਰ ਵੀ ਜ਼ਖਮੀ ਹੋ ਜਾਂਦੇ ਆ। ਗੁਰੂ ਸਾਹਿਬ ਇੱਧਰ ਗੁਰਦੁਆਰਾ ਅੱਗੇ ਦੇਖਾਂਗੇ ਆਪਾਂ, ਟਿੱਬੀ ਸਾਹਿਬ ਹੈ, ਉੱਥੇ ਟਿੱਬੇ 'ਤੇ ਬੈਠ ਕੇ ਸਾਰੀ ਜੰਗ ਦੇਖ ਰਹੇ ਹੁੰਦੇ ਆ ਤੇ ਉੱਥੋਂ ਬੈਠ ਕੇ ਤੀਰ ਵੀ ਚਲਾ ਰਹੇ ਹੁੰਦੇ ਆ। ਜਦੋਂ ਜੰਗ ਮੁੱਕਦੀ ਹੈ ਤਾਂ ਗੁਰੂ ਸਾਹਿਬ ਸਿੰਘਾਂ ਕੋਲੇ ਆਉਂਦੇ ਆ, ਦੇਖਦੇ ਆ ਉਹਨਾਂ ਦੇ ਹਾਲਾਤ ਕੀ ਹੈ, ਤਾਂ ਜ਼ਿਆਦਾਤਰ ਸਿੰਘ ਮੁੱਕ ਗਏ ਹੁੰਦੇ ਆ। ਭਾਈ ਮਹਾਂ ਸਿੰਘ ਜੀ ਦੇ ਸਾਹ ਚੱਲ ਰਹੇ ਹੁੰਦੇ ਆ। ਗੁਰੂ ਸਾਹਿਬ ਉਹਨਾਂ ਨੂੰ ਉਠਾਉਂਦੇ ਆ, ਉਹਨਾਂ ਨੂੰ ਪਾਣੀ ਪਾਉਂਦੇ ਉਹਨਾਂ ਦੇ ਮੂੰਹ 'ਚ
ਅਤੇ ਪੁੱਛਦੇ ਆ ਕਿ ਮਹਾਂ ਸਿੰਘ ਜੀ ਮੰਗੋ ਕੀ ਮੰਗਦੇ ਹੋ। ਤਾਂ ਮਹਾਂ ਸਿੰਘ ਜੀ ਉਦੋਂ ਮੰਗਦੇ ਆ, ਗੁਰੂ ਸਾਹਿਬ ਜੀ ਵਿਦਾਵਾ ਪਾੜੋ ਟੁੱਟੀ ਗੰਢੋ। ਤਾਂ ਗੁਰੂ ਸਾਹਿਬ ਆਪਣੀ ਜੇਬ ਦੇ ਵਿੱਚੋਂ ਸਿੰਘਾਂ ਨੇ ਦਿੱਤਾ ਹੋਇਆ ਵਿਦਾਵਾ ਕੱਢਦੇ ਆ ਅਤੇ ਉਹਨੂੰ ਪਾੜ ਦਿੰਦੇ ਆ। ਅਤੇ ਭਾਈ ਮਹਾਂ ਸਿੰਘ ਜੀ ਨੂੰ ਕਹਿੰਦੇ ਆ ਕਿ ਮਹਾਂ ਸਿੰਘ ਜੀ ਵਿਦਾਵਾ ਪਾੜ ਦਿੱਤਾ ਅਤੇ ਟੁੱਟੀ ਗੰਢੀ ਗਈ, ਅਤੇ ਤੁਹਾਨੂੰ ਉਸ ਸ਼ਰਾਬ ਤੋਂ ਮੁਕਤ ਕਰਦੇ ਹਾਂ। ਇਸ ਕਰਕੇ ਇਸ ਗੁਰੂ ਘਰ ਨੂੰ ਮੁਕਤਸਰ ਸਾਹਿਬ ਕਿਹਾ ਜਾਂਦਾ ਹੈ। ਇਸ ਸ਼ਹਿਰ ਦਾ ਨਾਮ ਮੁਕਤਸਰ ਸਾਹਿਬ ਪਿਆ। ਆਓ ਆਪਾਂ ਦਰਸ਼ਨ ਕਰਦੇ ਹਾਂ ਅੰਦਰ, ਅਤੇ ਤੁਹਾਨੂੰ ਵੀ ਕਰਾਉਣੇ ਆ। ਇਹ ਉਹ ਪਵਿੱਤਰ ਜੰਡ ਸਾਹਿਬ ਹੈ ਜੀ, ਜਿੱਥੇ ਗੁਰੂ ਸਾਹਿਬ ਜੀ ਨੇ ਆ ਕੇ ਆਪਣਾ ਘੋੜਾ ਬੰਨ੍ਹਿਆ ਸੀ। ਰਾਤ ਆਪਾਂ ਸਾਈਕਲ ਇਸ ਦਰਖਤ ਨਾਲ ਬੰਨ੍ਹ ਗਏ ਸੀਗੇ ਅਤੇ ਇਸ ਸਰਾਂ 'ਚ ਰਹੇ ਸੀਗੇ ਗੁਰਦੁਆਰਾ ਕਲਗੀਧਰ ਨਿਵਾਸ 'ਚ। ਇੱਥੋਂ ਹੁਣ ਆਪਾਂ ਚੱਲਦੇ ਹਾਂ ਦੂਜੇ ਗੁਰੂ ਘਰ ਦੇਖਣ, ਕਿਉਂਕਿ ਥੋੜ੍ਹੇ ਸ਼ਹਿਰ ਤੋਂ ਬਾਹਰ ਆ, ਜਲਾਲਾਬਾਦ ਰੋਡ 'ਤੇ ਆ। ਆਪਾਂ ਜੀ ਮੁਕਤਸਰ ਸਾਹਿਬ ਸ਼ਹਿਰ ਦੇ ਵਿੱਚੋਂ ਬਾਹਰ ਆ ਗਏ ਹਾਂ ਅਤੇ ਅੱਗੇ ਜਾ ਰਹੇ ਹਾਂ ਆਪਾਂ ਗੁਰਦੁਆਰਾ ਟਿੱਬੀ ਸਾਹਿਬ, ਜਿੱਥੇ ਬੈਠ ਕੇ ਗੁਰੂ ਜੀ ਨੇ 40 ਮੁਕਤਿਆਂ ਦੀ ਹੋਈ ਜਿਹੜੀ ਲੜਾਈ ਸੀ ਉਹ ਦੇਖੀ ਸੀਗੀ, ਅਤੇ ਇੱਥੋਂ ਬੈਠ ਕੇ ਤੀਰ ਚਲਾਈ ਸੀ। ਗੁਰਦੁਆਰਾ ਟਿੱਬੀ ਸਾਹਿਬ ਜੀ ਦਰਸ਼ਨ ਕਰਦੇ ਹਾਂ ਜੀ। ਇਹ ਪਵਿੱਤਰ ਸਥਾਨ ਹੈ ਜੀ, ਜਿੱਥੇ ਪਹਿਲਾਂ ਟਿੱਬਾ ਹੁੰਦਾ ਸੀ ਅਤੇ ਗੁਰੂ ਸਾਹਿਬ ਨੇ ਬੈਠ ਕੇ ਖਿਦਰਾਣੇ ਦੀ ਜੰਗ ਦੇਖੀ ਅਤੇ ਤੀਰ ਚਲਾਏ।
ਗੁਰਦੁਆਰਾ ਟਿੱਬੀ ਸਾਹਿਬ ਜੀ ਦੇ ਆਪਾਂ ਦਰਸ਼ਨ ਕਰ ਲਏ ਜੀ। ਹੁਣ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਰਕਾਬਸਰ ਸਾਹਿਬ ਦੇ। ਇਸ ਗੁਰੂ ਘਰ ਦਾ ਇਤਿਹਾਸ ਇਹ ਹੈ ਕਿ ਜਦੋਂ ਗੁਰੂ ਸਾਹਿਬ ਇੱਧਰੋਂ ਚੱਲਣ ਲੱਗੇ ਸੀਗੇ ਖਿਦਰਾਣੇ ਦੀ ਢਾਬ ਵੱਲ, ਜਿਹੜੇ ਗੁਰੂ ਘਰ ਆਪਾਂ ਪਹਿਲਾਂ ਜਾ ਕੇ ਆਏ ਹਾਂ, ਤਾਂ ਜਦੋਂ ਘੋੜੇ 'ਤੇ ਚੜ੍ਹਨ ਲੱਗੇ ਤਾਂ ਉਹਨਾਂ ਦੀ ਇੱਕ ਰਕਾਬ ਟੁੱਟ ਗਈ ਸੀ। ਫਿਰ ਗੁਰੂ ਸਾਹਿਬ ਇੱਧਰ ਇਸ ਜਗ੍ਹਾ ਤੋਂ ਜਾ ਕੇ ਘੋੜੇ 'ਤੇ ਚੜ੍ਹੇ ਸੀਗੇ, ਅਤੇ ਜਿਹੜੀ ਉਹ ਰਕਾਬ ਟੁੱਟੀ ਸੀਗੀ ਉਹ ਇਸ ਗੁਰੂ ਘਰ ਦੇ ਵਿੱਚ ਸੁਸ਼ੋਭਿਤ ਹੈ। ਉਸ ਦੇ ਆਪਾਂ ਦਰਸ਼ਨ ਕਰਾਂਗੇ। ਵਾਹਿਗੁਰੂ। ਚੱਲਦੇ ਅੰਦਰ ਦਰਸ਼ਨ ਕਰਦੇ ਹਾਂ ਜੀ। ਜੇ ਵੀਡੀਓ ਬਣਾਉਣ ਲਈ ਆਗਿਆ ਹੋਈ ਤਾਂ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ। ਆਪਾਂ ਗੁਰਦੁਆਰਾ ਰਕਾਬਸਰ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਹੁਣ ਅੱਗੇ ਚੱਲਾਂਗੇ ਗੁਰਦੁਆਰਾ ਦਾਤਨਸਰ ਸਾਹਿਬ। ਉਸ ਗੁਰੂ ਘਰ ਦਾ ਇਤਿਹਾਸ ਇਹ ਹੈ ਕਿ ਉੱਥੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਰੋਜ਼ਾਨਾ ਹੀ ਦਾਤਨ ਕਰਨ ਜਾਂਦੇ ਹੁੰਦੇ ਸੀ ਸੁਬਾਹ। ਅਤੇ ਇੱਕ ਵਾਰ ਕੀ ਹੋਇਆ ਸੀ, ਵਜ਼ੀਰ ਖਾਨ ਨੇ ਆਪਣੀ ਫੌਜ ਦਾ ਇੱਕ ਸਿਪਾਹੀ, ਮੁਗਲ ਸਿਪਾਹੀ ਭੇਜਤਾ ਸੀਗਾ, ਜਿਹਨੇ ਕਿ ਆਪਣੇ ਸਿੰਘਾਂ ਦਾ ਚੋਲਾ ਪਾ ਕੇ ਸਿੱਖ ਬਣ ਕੇ ਭੇਸ ਧਾਰ ਕੇ ਤੇ ਮਹਾਰਾਜ ਦੇ ਪਿੱਛੇ ਜਾ ਕੇ ਮਹਾਰਾਜ 'ਤੇ ਤਲਵਾਰ ਦਾ ਵਾਰ ਕਰਨਾ ਚਾਹਿਆ। ਪਰ ਮਹਾਰਾਜ ਨੂੰ ਪਤਾ ਲੱਗ ਗਿਆ ਇਹ ਤਾਂ ਹੁਣ ਮਹਾਰਾਜ ਹੀ ਜਾਣਦੇ ਆ, ਅਤੇ ਮਹਾਰਾਜ ਨੇ ਉਹਦਾ ਉੱਥੇ ਸੋਧਾ ਲਾਤਾ ਸੀਗਾ। ਤਾਂ ਆਪਾਂ ਚੱਲਦੇ ਹਾਂ ਹੁਣ ਗੁਰਦੁਆਰਾ ਦਾਤਨਸਰ ਸਾਹਿਬ। ਗੁਰਦੁਆਰਾ ਦਾਤਨਸਰ ਸਾਹਿਬ ਪਾਤਸ਼ਾਹੀ 10ਵੀਂ। ਹਾਂ ਲਾ ਦੇਣਾ ਬਾਈ। ਆਪਾਂ ਪਹੁੰਚ ਗਏ ਜੀ ਗੁਰਦੁਆਰਾ ਦਾਤਨਸਰ ਸਾਹਿਬ। ਕਰਦੇ ਹਾਂ ਦਰਸ਼ਨ। ਭੇਜਿਆ ਹੋਇਆ ਇੱਕ ਇੱਥੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ। ਇਸ ਇਤਿਹਾਸ 'ਚ ਇਹ ਲਿਖਿਆ ਹੋਇਆ ਕਿ ਮੁਸਲਮਾਨ ਸੂਈਆ ਨੂਰਦੀਨ ਨਾਮ ਦਾ ਵਿਅਕਤੀ ਸੀ, ਜੋ ਸਿੱਖ ਭੇਸ ਵਿੱਚ ਆਇਆ ਸੀ ਤੇ ਗੁਰੂ ਸਾਹਿਬ 'ਤੇ ਤਲਵਾਰ ਦਾ ਵਾਰ ਕੀਤਾ। ਤੇ ਗੁਰੂ ਸਾਹਿਬ ਨੇ ਬੜੀ ਫੁਰਤੀ ਨਾਲ ਵਾਰ ਨੂੰ ਰੋਕ ਕੇ ਆਪਣੇ ਜਾਲ ਵਾਲਾ ਸਰ ਵੱਲੋਂ ਦਾ ਗੜਬਾ ਮਾਰ ਕੇ ਹੁਣ ਉਸ ਥਾਂ 'ਤੇ ਚਿੱਤ ਕਰਤਾ ਸੀਗਾ। ਆਪਾਂ ਹੁਣ ਜਾ ਰਹੇ ਹਾਂ ਗੁਰਦੁਆਰਾ ਤਰਨਤਾਰਨ ਸਾਹਿਬ।
ਜਿਹੜਾ ਕਿ ਆਪਣੇ ਬਠਿੰਡਾ ਰੋਡ ਤੇ ਹੀ ਹੈ। ਗੁਰਦੁਆਰਾ ਦਾਤਨਸਰ ਸਾਹਿਬ, ਟਿੱਬੀ ਸਾਹਿਬ ਤੇ ਰਕਾਬਗੰਜ ਸਾਹਿਬ, ਇਹ ਤਿੰਨੋਂ ਗੁਰਦੁਆਰੇ ਨੇੜੇ ਨੇੜੇ ਨੇ। ਤੇ ਇਹ ਹੈਗੇ ਜਲਾਲਾਬਾਦ ਰੋਡ ਤੇ, ਜਲਾਲਾਬਾਦ ਰੋਡ ਤੋਂ ਨੇੜੇ ਪੈ ਜਾਂਦੇ, ਉੱਧਰੋਂ ਥੋੜ੍ਹਾ ਜਿਹਾ ਪਿੱਛੇ ਹਟਵੇਂ ਹੈ। ਤੇ ਇੱਧਰ ਗੁਰਦੁਆਰਾ ਤਰਨਤਾਰਨ ਸਾਹਿਬ ਦੀ ਉਹਨਾਂ ਨਾਲੋਂ ਦੂਰੀ ਹੈਗੀ 5 ਕਿਲੋਮੀਟਰ। ਜਮਾਂ ਐਨ ਬਾਜ਼ਾਰ ਵਿੱਚ ਦੀ ਲੰਘਣਾ ਪੈਂਦਾ। ਸਾਡੇ ਕੋਲ ਤਾਂ ਸਾਈਕਲ ਹੁੰਦੇ ਆ। ਅਤੇ ਮੁਕਤਸਰ ਪੁਲ ਵਗੈਰਾ ਬਣੀ ਜਾਂਦਾ ਇੱਕ ਤਾਂ ਰੇਲਵੇ ਲਾਈਨ ਦੇ ਉੱਤੇ, ਉੱਥੇ ਬਹੁਤ ਰਾਹ ਖਰਾਬ ਹੈ, ਪੱਟਿਆ ਹੋਇਆ। ਸਾਈਕਲਾਂ ਕਰਕੇ ਬਸ ਇੰਨਾ ਕੁ ਸੌਖਾ ਹੋ ਜਾਂਦਾ ਵੀ ਸਾਈਕਲ ਚੱਕ ਚੁੱਕ ਕੇ ਟਪਾ ਲੈਂਦੇ ਆ। ਗੱਡੀ ਲਾਈਨ ਤੋਂ ਵੀ ਟਪਾ ਲਏ ਸੀਗੇ। ਜਿਹੜੇ ਬੰਦੇ ਨੇ ਕਾਰ 'ਤੇ ਆਉਣਾ, ਉੱਧਰ ਜਾਣਾ, ਉਹ ਉਹਦਾ ਪੁੱਛ ਪਛਾ ਕੇ ਹੋਰ ਸਾਈਡ 'ਤੇ ਜਾਵੇ, ਗੂਗਲ ਮੈਪ ਦੇ ਭਰੋਸੇ ਨਾ ਜਾਵੇ ਫਿਲਹਾਲ ਦੀ ਘੜੀ, ਜਿੰਨਾ ਟਾਈਮ ਪੁਲ ਦਾ ਕੰਮ ਚੱਲੂਗਾ। ਤੇ ਆਪਾਂ ਪਹੁੰਚ ਰਹੇ ਹਾਂ ਗੁਰਦੁਆਰਾ ਤਰਨਤਾਰਨ ਸਾਹਿਬ। ਇੱਥੋਂ ਰਹਿ ਗਿਆ ਅੱਧਾ ਕਿਲੋਮੀਟਰ। ਆਪਾਂ ਪਹੁੰਚ ਗਏ ਜੀ ਇਤਿਹਾਸਕ ਗੁਰਦੁਆਰਾ ਤਰਨਤਾਰਨ ਸਾਹਿਬ, ਪਾਤਸ਼ਾਹੀ 10ਵੀਂ। ਇਸ ਗੁਰੂ ਘਰ ਦਾ ਇਤਿਹਾਸ ਇਹ ਹੈ ਕਿ ਇੱਥੋਂ ਜਦੋਂ ਗੁਰੂ ਸਾਹਿਬ ਰੁਪਾਣੇ ਨੂੰ ਜਾਂਦੇ ਸੀਗੇ ਤਾਂ ਜਾਂਦੇ ਹੋਏ ਇੱਥੇ ਰੁਕੇ ਸੀਗੇ। ਤੇ ਇੱਥੇ ਹੁਣ ਹਰ ਐਤਵਾਰ ਨੂੰ ਦੀਵਾਨ ਸਜਾਏ ਜਾਂਦੇ ਆ, ਲੰਗਰ ਲੱਗਦੇ ਆ, ਨਾਲ ਪਵਿੱਤਰ ਸਰੋਵਰ ਹੈ, ਲੋਕ ਇਸ਼ਨਾਨ ਕਰਦੇ ਆ। ਆਓ ਆਪਾਂ ਦਰਸ਼ਨ ਕਰਦੇ ਆ ਗੁਰੂ ਘਰ ਦੇ। ਇੱਧਰੋਂ ਪਵਿੱਤਰ ਤਲਾਅ ਹੈ, ਜਿੱਥੇ ਲੋਕ ਇਸ਼ਨਾਨ ਕਰਦੇ ਆ। ਉਹ ਰੋਡ ਜਾਂਦਾ ਸਾਹਮਣੇ ਸਿੱਧਾ ਬਠਿੰਡੇ ਵੱਲ। ਦੇਖਦੇ ਆ ਮੱਥਾ। ਆਪਾਂ ਹੁਣ ਚਾਲੇ ਪਾਤੇ ਜੀ ਬਠਿੰਡੇ ਵੱਲ ਨੂੰ। ਇੱਕ ਵਾਰ ਆਪਾਂ ਮੁਕਤਸਰ ਸ਼ਹਿਰ ਤੋਂ ਨਿਕਲ ਗਏ ਹਾਂ। ਉਹ ਸਾਹਮਣੇ ਆ ਗਿਆ ਚੌਂਕ। ਆਇਆ ਹਰਵਿੰਦਰ। ਇੱਧਰ ਖੱਬੇ ਹੱਥ ਸੜਕ ਜਾਂਦੀ ਹੈ ਕੋਟਕਪੂਰੇ ਨੂੰ, ਸਿੱਧੀ ਬਠਿੰਡਾ। ਤੇ ਇੱਧਰ ਸੱਜੇ ਹੱਥ ਮਲੋਟ। ਬਠਿੰਡਾ ਹੈਗਾ ਜੀ ਇੱਥੋਂ 55 ਕਿਲੋਮੀਟਰ। 3-4 ਘੰਟੇ 'ਚ ਪਹੁੰਚ ਜਾਵਾਂਗੇ ਆਰਾਮ ਨਾਲ। ਤੇ ਅੱਜ ਰੱਬ ਨੇ ਬੱਦਲ ਕਰ ਰੱਖਿਆ, ਵਧੀਆ ਠੰਡ ਹੈ। ਉਸ ਗਾਂ ਤੋਂ ਮੀਂਹ ਨਾ ਆਇਆ ਤੇ ਬੜੀ ਹਨੇਰੀ ਨੂਰੀ ਨਾ ਚੱਲੀ, ਫਿਰ ਤਾਂ ਆਪਾਂ ਵਧੀਆ ਟਾਈਮ ਨਾਲ ਪਹੁੰਚ ਜਾਵਾਂਗੇ ਅੱਜ ਸ਼ਾਮ ਤੱਕ। ਆਪਾਂ ਪਹੁੰਚ ਗਏ ਜੀ ਦੋਦੇ ਦੇ ਨੇੜੇ। ਇੱਧਰ ਹਰਵਿੰਦਰ ਸਿੰਘ ਦੇਖ ਲਓ। ਮੈਨੂੰ ਲੱਗਦਾ ਹਰਵਿੰਦਰ ਤੇਰੀ ਕੋਈ ਰਿਸ਼ਤੇਦਾਰੀ ਹੈ ਇੱਥੇ, ਜਿਹੜੇ ਹਿਸਾਬ ਨਾਲ ਤਾਂ ਮੂੰਹ ਲੁਕਾਉਣਾ ਨਾ। ਕੀ ਰਿਸ਼ਤੇਦਾਰੀ ਹੈ ਤੇਰੀ ਬਾਈ? ਪਤਾ ਨਾ ਲੱਗ ਜੇ ਇੱਥੋਂ ਦੀ ਲੰਘ ਗਿਆ। ਸਿਰ ਹਿਲਾਇਆ ਗੱਭਰੂ ਨੇ, ਸਿਰ ਹਿਲਾਇਆ, ਕਹਿੰਦਾ ਵੀ ਗੱਲ ਹੈ ਕੋਈ। ਨਹੀਂ ਨਹੀਂ, ਇਹ ਪਤਾ ਕੀ ਆ, ਹਾਂ ਇਹ ਮੁਕਤਸਰ ਤੋਂ ਬਠਿੰਡਾ ਆਪਾਂ ਅੱਖਾਂ ਬੰਨ ਕੇ ਕੀਤਾ। ਹਾਂ ਹਾਂ, ਜਿਵੇਂ ਖੇੜੇ ਵਾਲੇ ਨਹੀਂ ਆਉਂਦੇ ਹੁੰਦੇ ਪਿੰਡ 'ਚ, ਹਾਂ ਸਾਈਕਲਿੰਗ ਮੇਲਾ ਜਿਹਾ ਕਰਦੇ ਹੁੰਦੇ ਉਹ, ਟੋਆ ਜਿਹਾ ਪੱਟ ਕੇ 7 ਦਿਨ ਟੋਏ 'ਚ ਰਿਹਾ। ਹਾਂ 7 ਦਿਨ ਟੋਏ 'ਚ ਰਿਹਾ। ਆਪਾਂ ਉਹਨਾਂ 'ਚੋਂ ਆ। ਇਹਦੇ ਹੋਈ ਦੀਦਾ ਤਾਂ ਨਹੀਂ ਬਾਈ? ਨਹੀਂ ਦੀਦਾ ਨਹੀਂ ਬਾਈ। ਕੋਈ ਤੇਰੀ ਆਵਾਜ਼ ਸੁਣ ਕੇ ਵੀ ਤੂੰ ਇੱਥੇ ਜਿਹਾ ਉਸ ਨਾਲ ਤੁਰਿਆ ਜਾਂਦਾ। ਮੈਂ ਅੰਦਾਜ਼ੇ ਨਾਲ ਹੀ ਤੁਰਿਆ ਜਾਂਦਾ, ਜਮਾ ਹੀ ਨਹੀਂ ਦੀਦਾ। ਅੱਜ ਇਹਨੂੰ ਆਉਂਦੀਆਂ ਗੱਲਾਂ, ਕਿਉਂਕਿ ਅੱਜ ਬੱਦਲ ਵਧੀਆ, ਠੰਡ ਹੋਈ ਪਈ ਹੈ।
ਹਾਂ ਇਹਨਾਂ ਨੂੰ ਵੀ ਹੁਣ 3 ਸਾਲ ਵਾਸਤੇ ਉਹ ਕੀਤਾ ਹੋਇਆ ਵੀ ਆਹ ਕਹਿ ਸਕਦਾ ਕਿ ਇਹਨਾਂ ਨੇ ਪੁਲਿਸ 'ਚ ਆ, ਠੀਕ ਹੈ। ਪਰ ਕੰਮ ਉਹਨਾਂ ਦੇ ਅੰਡਰ ਕਰ ਰਹੇ ਆ। ਆਪਾਂ ਰੁਕੇ ਹੋਏ ਆ ਢਾਬੇ ਤੇ। ਬਠਿੰਡਾ ਰਹਿ ਗਿਆ ਇੱਥੋਂ 17-18 ਕਿਲੋਮੀਟਰ। ਜਲੌਰ ਢਾਬਾ। ਮੌਸਮ ਵੀ ਖਰਾਬ ਜਿਹਾ ਹੋਈ ਜਾਂਦਾ ਹੈ, ਲੱਗਦਾ ਮੀਂਹ ਆਊਗਾ। ਇੱਥੋਂ ਕੁਝ ਖਾਣੇ ਪੀਣੇ ਤੇ ਫਿਰ ਅੱਗੇ ਵੱਧਦੇ ਹਾਂ। ਆਪਾਂ ਪਹੁੰਚ ਗਏ ਹਾਂ ਜੀ ਬਠਿੰਡੇ ਦੇ ਨੇੜੇ। ਮਲੋਟ ਰੋਡ ਆ ਗਈ ਹੈ ਤੇ ਇੱਥੋਂ ਬਠਿੰਡਾ ਰਹਿ ਗਿਆ 8-9 ਕਿਲੋਮੀਟਰ। ਅੱਜ ਦਾ ਬਲੌਗ ਕਰਦੇ ਹਾਂ ਸਮਾਪਤ ਇੱਥੇ। ਜੇ ਤੁਹਾਨੂੰ ਚੰਗਾ ਲੱਗਦਾ ਹੈ ਕਿ ਜੋ ਅਸੀਂ ਕੰਮ ਕਰ ਰਹੇ ਹਾਂ ਠੀਕ ਹੈ ਤਾਂ ਲਾਈਕ, ਸਬਸਕ੍ਰਾਈਬ, ਸ਼ੇਅਰ, ਕਮੈਂਟ ਸਾਰਾ ਕੁਝ ਕਰ ਦਿਓ ਤਾਂ ਕਿ ਕੋਈ ਦੇਖਣ ਵਾਲਾ ਜਿਹੜਾ ਹੋਰ ਹੈ ਚਲੋ ਉਹਨੂੰ ਵੀ ਕੋਈ ਮੋਟੀਵੇਸ਼ਨ ਮਿਲੇ। ਸਾਨੂੰ ਵੀ ਹੈ ਵੀ ਚੱਲ 4 ਬੰਦੇ ਕੋਈ ਕਮੈਂਟ ਕਰਦੇ ਆ ਤਾਂ ਸਾਨੂੰ ਵੀ ਐਂ ਹੁੰਦਾ ਕਿ ਹਾਂ ਯਾਰ ਲੋਕ ਪਸੰਦ ਕਰਦੇ ਆ ਜੇ ਕੋਈ ਆਪਾਂ ਚੰਗੀ ਚੀਜ਼ ਬਣਾਉਣੇ ਆ। ਬਾਕੀ ਜਿਹੜੀ ਸਾਡੀ ਸਾਈਕਲਿੰਗ ਹੈ ਕੋਈ ਉਹ ਤਾਂ ਹੈ ਨਹੀਂ ਵੀ ਕੋਈ ਆਪਾਂ ਗਰੁੱਪ ਜੁਆਇਨ ਕਰ ਲਿਆ ਵੀ ਰਾਈਡ ਲਈ ਤੁਰੇ ਹੋਣੇ ਆ 200 ਕਿਲੋਮੀਟਰ 300 ਕਿਲੋਮੀਟਰ। ਕੁਦਰਤੀ ਮਹਾਰਾਜ ਮੈਨੂੰ ਇਹ ਹੋਇਆ ਕਿ ਸਾਡਾ ਤਾਂ ਪਹਿਲਾ ਸਾਈਕਲ ਸਫ਼ਰ ਹੀ ਗੁਰਦੁਆਰਾ ਸਾਹਿਬ ਤੋਂ ਚੱਲਿਆ। ਪਹਿਲਾਂ ਅਨੰਦਪੁਰ ਸਾਹਿਬ ਵਾਲਾ ਸਫ਼ਰ ਕੀਤਾ, ਦੂਸਰਾ ਹੁਣ ਆਹ ਹੋ ਗਿਆ ਇੱਧਰ ਮੁਕਤਸਰ ਸਾਹਿਬ ਵਾਲਾ। ਇਸ ਤੋਂ ਬਾਅਦ ਮੈਂ ਜਾਊਂਗਾ ਦਮਦਮਾ ਸਾਹਿਬ ਅਤੇ ਹਰਵਿੰਦਰ ਨੇ ਦਮਦਮਾ ਸਾਹਿਬ ਜਾ ਆਇਆ ਸੀਗਾ। ਅਤੇ ਸਾਈਕਲਿੰਗ ਇਸ ਤਰ੍ਹਾਂ ਦੀ ਤਾਂ ਸਾਨੂੰ ਲੱਗਦਾ ਵੀ 3 ਫਾਇਦੇ ਹੈ। ਇੱਕ ਤਾਂ ਤੁਸੀਂ ਘੁੰਮ ਰਹੇ ਹੋ, ਦੂਜੀ ਗੱਲ ਤੁਸੀਂ ਗੁਰਦੁਆਰਿਆਂ ਦੇ ਦਰਸ਼ਨ ਕਰ ਰਹੇ ਹੋ। ਵੈਸੇ ਤੁਸੀਂ ਜਾਂਦੇ ਨਹੀਂ, ਤੁਹਾਡੇ ਕੋਲ ਟਾਈਮ ਹੈ ਨਹੀਂ, ਤਾਂ ਤੁਸੀਂ ਘੁੰਮਣ ਦੇ ਬਹਾਨੇ ਜਾਂ ਸਾਈਕਲਿੰਗ ਦੇ ਬਹਾਨੇ ਉਹ ਕੰਮ ਕਰਿਆ ਹੋਣਾ। ਤੀਜੀ ਗੱਲ ਹੈ ਕਿ ਸਿਹਤ ਵੱਲੋਂ ਦੇਖਿਆ ਜਾਵੇ ਤਾਂ ਤੁਹਾਡੀ ਫਿਟਨੈਸ ਬਣਦੀ ਹੈ। ਸਾਈਕਲ ਚਲਾਉਂਗੇ ਤੁਹਾਡੀ ਫਿਟਨੈਸ ਬਣੂਗੀ। ਜੇ ਕੋਈ ਤੁਹਾਡਾ ਕੋਈ ਦੋਸਤ ਮਿੱਤਰ ਕੋਈ ਹੋਰ ਦੇਖਦਾ, ਰਿਸ਼ਤੇਦਾਰਾਂ ਦਾ ਕੋਈ ਜਵਾਕ ਦੇਖਦਾ, ਤਾਂ ਉਹ ਜਿਹੜੀਆਂ ਚੀਜ਼ਾਂ ਜਵਾਕ ਦੇਖਦੇ ਆ ਜਾਂ ਕੋਈ ਹੋਰ ਬੰਦਾ ਦੇਖਦਾ ਉਹੀ ਉਹ ਕੰਮ ਕਰਦਾ ਤਾਂ ਉਹਦਾ ਜੀਅ ਕਰਦਾ ਉਹ ਕੰਮ ਕਰਨ ਨੂੰ। ਤਾਂ ਇਹਦੇ ਨਾਲ ਚਲੋ 2-4 ਬੰਦੇ ਫਿਟਨੈਸ ਪਾਸੇ ਜੁੜ ਪੈਣ, ਕੋਈ 2-4 ਬੰਦੇ ਧਰਮ ਵਾਲੇ ਪਾਸੇ ਜੁੜ ਜਾਣ, ਕੋਈ ਘੁੰਮਣ ਫਿਰਨ ਲੱਗ ਜੇ। ਘੁੰਮਦੇ ਫਿਰਦੇ ਆ ਤਾਂ ਚੀਜ਼ਾਂ ਦਾ ਪਤਾ ਲੱਗਦਾ, ਜਗ੍ਹਾ ਦਾ ਪਤਾ ਲੱਗਦਾ। ਇਸ ਕਰਕੇ ਸਾਨੂੰ ਇਹ ਕੰਮ ਠੀਕ ਲੱਗਦਾ ਵੀ ਕਿਸੇ ਗਰੁੱਪ ਵਗੈਰਾ ਜੁਆਇਨ ਕਰਨ ਨਾਲੋਂ। ਬਾਕੀ ਜੇ ਵਧੀਆ ਲੱਗੇ ਤਾਂ ਫਿਰ ਲਾਈਕ, ਸ਼ੇਅਰ, ਸਬਸਕ੍ਰਾਈਬ, ਕਮੈਂਟ ਜਿਹੜਾ ਸਾਰਾ ਕੁਝ ਹੁੰਦਾ ਇਹ ਕਰ ਦਿਓ। ਅੱਜ ਦਾ ਵਲੌਗ ਸਮਾਪਤ ਹੈ ਜੀ, ਧੰਨਵਾਦ।